ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਿ ਸੋਹੀਰਾ ਸਾੜਿਕੈ ਕਰੈ ਆਨ ਕੀ ਆਸ। ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਤੁਮ ਚੰਦਨ ਹਮ एरंड बपरे संग तुम्हारे बसा। नीच रूखा ते ऊच भई है गंध सुगंध निवासा। माधु सतसंगत सरन तुम्हारी हम अवगुण तुम उपकारी। परम सत्कारयोग सतगुरां दी साजी नीमबाजी। गुरु प्यारी गुरु सवारी गुरु दा खास रूप साध संजीव आप। ਸਰਬੱਤ ਸਿੱਖ ਸੰਗਤਾਂ ਧੰਨਤਾ ਦੀ ਜੋਗ ਹੈ। ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ। ਆਓ ਗੁਰਮੁਖ ਪਿਆਰਿਓ ਰਲ ਮਿਲ ਕੇ ਸ਼੍ਰੋਮਣੀ ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਬਾਰੇ ਆਪਾਂ ਵਿਚਾਰ ਸਾਂਝੀ ਕਰੀਏ। ਜਿੱਥੋਂ ਕੱਲ ਆਪਾਂ ਸਮਾਪਤੀ ਕੀਤੀ ਸੀ। ਕੱਲ ਆਪਾਂ ਭਗਤ ਰਵਿਦਾਸ ਸਾਹਿਬ ਜੀ ਦਾ ਜੀਵਨ ਸਾਂਝਾ ਕੀਤਾ ਸੀ ਕਿ ਰਾਣੀ ਝਾਲੀ ਬਾਈ ਨੂੰ ਜਿਸ ਵੇਲੇ ਕਾਂਸੀ ਦੇ ਵਿੱਚ ਰਹਿੰਦੇ ਆ ਮਹੀਨਾ ਹੋ ਗਿਆ, ਉਸਨੇ ਗੰਗਾ ਇਸ਼ਨਾਨ ਵੀ ਕੀਤਾ, ਮੰਦਰਾਂ ਦੇ ਦਰਸ਼ਨ ਵੀ ਕੀਤੇ, ਪਰ ਗੁਰੂ ਰਵਿਦਾਸ ਤੋਂ ਬਿਨਾਂ ਕਿਸੇ ਥਾਂ 'ਤੇ ਸਰਧਾ ਧਾਰਨਾ ਕੀਤੀ। ਉਹਦਾ ਐਸਾ ਜੀਵਨ ਬਣ ਗਿਆ, ਉਹਦੇ ਮਨ ਨੂੰ ਸ਼ਾਂਤੀ ਆ ਗਈ। ਉਹ ਰਾਣੀ ਬਣ ਕੇ ਆਈ ਸੀ ਤੇ ਸੰਤਨੀ ਬਣ ਕੇ ਗਈ। ਆਪਣੇ ਰਾਜ ਭਾਗ ਨੂੰ ਵਾਪਸ ਮੁੜੀ। ਜਿਹੜਾ ਵੀ ਉਹਦੇ ਦਰਸ਼ਨ ਕਰਦਾ ਉਸ ਦਾ ਹੀ ਮਨ ਸ਼ਾਂਤ ਹੋ ਜਾਂਦਾ ਸੀ। ਕੱਲ ਆਪਾਂ ਇੱਥੋਂ ਸਮਾਪਤੀ ਕੀਤੀ ਸੀ। ਅੱਜ ਉਸ ਤੋਂ ਅੱਗੇ ਫਿਰ ਆਪਾਂ ਰਾਣੀ ਝਾਲੀ ਬਾਈ ਦਾ ਜੀਵਨ ਭਗਤ ਰਵਿਦਾਸ ਸਾਹਿਬ ਦੇ ਨਾਲ ਸੰਬੰਧਿਤ ਸਾਂਝਾ ਕਰਾਂਗੇ। ਜਦੋਂ ਰਾਣੀ ਝਾਲੀ ਬਾਈ ਆਪਣੇ ਰਾਜ ਦੇ ਵੱਲ ਮੁੜੀ ਨਾ ਸਾਧ ਸੰਗਤ ਜੀ, ਤੇ ਰਾਹ ਵਿੱਚ ਹਰ ਪੜਾਅ ਉੱਤੇ ਹਰੀ ਕੀਰਤਨ ਦੀਆਂ ਮੰਡਲੀਆਂ, ਹਰੀ ਕੀਰਤਨ ਕਰਦੀਆਂ ਮੰਡਲੀਆਂ ਚਤੌੜ ਪੁੱਜੀ ਰਾਣੀ ਝਾਲੀ ਬਾਈ ਸਾਧ ਸੰਗਤ ਜੀ।
ਉਸ ਦੀਆਂ ਦਾਸੀਆਂ, ਨੌਕਰ ਸਭ ਸ਼ਰਧਾਲੂ ਭਗਤ ਬਣ ਗਏ। ਸਾਰੇ ਕੀਰਤਨ ਕਰਨ ਲੱਗ ਪਏ। ਖੜਤਾਲਾਂ ਤੇ ਹੋਰ ਸਾਜ਼ ਖਰੀਦੇ ਗਏ। ਰਾਣੀ ਝਾਲੀ ਬਾਈ ਚਿਤੌੜ ਦੇ ਇਤਿਹਾਸ ਕਿਲੇ ਦੇ ਵਿੱਚ ਚਲੀ ਗਈ ਤੇ ਸਾਧ ਸੰਗਤ ਜੀ ਉਸਨੇ ਆਪਣੇ ਮਹਿਲ ਦਾ ਇੱਕ ਹਿੱਸਾ ਸੁੰਦਰ ਰੂਪ ਬਣਾ ਦਿੱਤਾ ਤੇ ਉਸ ਹਿੱਸੇ ਦੇ ਵਿੱਚ ਹਰ ਰੋਜ਼ ਸਤ ਸੰਗਤ ਹੋਣ ਲੱਗੀ। ਹਰੀ ਦੇ ਨਾਮ ਦਾ ਕੀਰਤਨ ਦੇ ਨਾਲ ਮਹਿਲ ਗੂੰਜਣ ਲੱਗੇ। ਤੇ ਸਾਧ ਸੰਗਤ ਜੀ, ਪਾਪੀ ਆਤਮਾ ਕਾਂਸੀ ਦੇ ਬ੍ਰਾਹਮਣਾਂ ਨੂੰ ਬਹੁਤ ਦੁੱਖ ਹੋਇਆ। ਕਾਂਸੀ ਦੇ ਬ੍ਰਾਹਮਣਾਂ ਨੂੰ ਬਹੁਤ ਦੁੱਖ ਹੋਇਆ ਕਿ ਝਾਲੀ ਰਾਣੀ ਨੇ ਧਨ ਪਦਾਰਥ ਉਹਨਾਂ ਦੀ ਭੇਟ ਨਹੀਂ ਕੀਤੇ, ਉਹਨਾਂ ਨੂੰ ਧਨ ਦੌਲਤ ਨਹੀਂ ਦਿੱਤੀ, ਉਹਨਾਂ ਨੂੰ ਪੁੰਨਦਾਨ ਨਹੀਂ ਕੀਤੇ। ਇਸ ਗੱਲ ਤੋਂ ਕਾਂਸੀ ਦੇ ਪੰਡਤ ਬੜੇ ਦੁਖੀ ਹੋ ਗਏ। ਉਹਨਾਂ ਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਚਿਤੌੜ ਦੀ ਰਾਣੀ ਝਾਲੀ ਬਾਈ ਰਵਿਦਾਸ ਦੀ ਚੇਲੀ ਬਣ ਕੇ ਉਸ ਨੂੰ ਸਭ ਕੁਝ ਸੌਂਪ ਕੇ ਗਈ ਹੈ। ਤੇ ਸਾਧ ਸੰਗਤ ਜੀ ਉਹ ਇਕੱਠੇ ਹੋ ਕੇ ਨਾ ਸਾਰੇ ਕਾਂਸੀ ਦੇ ਪੰਡਤ ਰਾਣਾ ਚਿਤੌੜਗੜ੍ਹ ਦੇ ਕੋਲ ਪੁੱਜੇ, ਸਾਰੇ ਆਪਣੀਆਂ ਸ਼ਿਕਾਇਤਾਂ ਲੈ ਕੇ। ਰਾਣੇ ਦੇ ਨਾਲ ਮੁਲਾਕਾਤ ਹੋਈ ਸਾਰੇ ਉਹਨਾਂ ਪੰਡਤਾਂ ਦੀ। ਤਾਂ ਪੰਡਤਾਂ ਨੇ ਨਿਉਂ ਕੇ ਰੋਣਾ ਸ਼ੁਰੂ ਕਰ ਦਿੱਤਾ ਰਾਣੇ ਦੇ ਕੋਲ ਜਾ ਕੇ। ਉਹਨਾਂ ਸਾਰੇ ਪੰਡਤਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ, ਮਹਾਰਾਜ ਹਨੇਰ ਹੋ ਗਿਆ, ਰਾਜੇ ਧਰਮ ਤੇ ਪ੍ਰਜਾ ਦੇ ਰਾਖੇ ਹੁੰਦੇ ਨੇ ਤੇ ਧਰਮ ਦੀ ਮਰਿਆਦਾ ਨੂੰ ਜੇ ਪ੍ਰਤਾਪੀ ਭਾਰਤ ਦੇ ਰਾਜੇ ਹੀ ਤੋੜਨ ਲੱਗ ਪਏ ਤੇ ਧਰਮ ਕਿਵੇਂ ਬਚੇਗਾ? ਹਿੰਦੂ ਸੰਸਕ੍ਰਿਤੀ ਦਾ ਬੇੜਾ ਗਰਕ ਹੋ ਜਾਵੇਗਾ। ਜਦੋਂ ਪੰਡਤਾਂ ਨੇ ਇੰਨੀਆਂ ਗੱਲਾਂ ਰਾਣੀ ਨੂੰ ਕਹੀਆਂ ਨਾ ਸਾਧ ਸੰਗਤ ਜੀ, ਤੇ ਰਾਣਾ ਕਹਿਣ ਲੱਗਾ, ਮੈਂ ਆਪ ਲੋਕਾਂ ਦਾ ਭਾਵ ਨਹੀਂ ਸਮਝ ਸਕਿਆ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਮੈਨੂੰ ਸਿੱਧੀ ਗੱਲ ਦੱਸੋ, ਗੁੰਝਲਾਂ ਪਾ ਕੇ ਸਮਝਾਉਣ ਦੀ ਲੋੜ ਨਹੀਂ, ਬਸ ਮੈਨੂੰ ਸਪਸ਼ਟ ਗੱਲ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਪੰਡਤ ਕਹਿਣ ਲੱਗੇ, ਮਹਾਰਾਜ ਜੇ ਸਿੱਧੀ ਗੱਲ ਪੁੱਛਦੇ ਹੋ, ਸਿੱਧੀ ਗੱਲ ਇਹ ਹੈ ਕਿ ਆਪ ਹੀ ਦੀ ਰਾਣੀ ਝਾਲੀ ਬਾਈ ਤੀਰਥ ਯਾਤਰਾ ਨੂੰ ਗਈ ਸੀ ਤੇ ਕਾਂਸੀ ਦੇ ਰਹਿਣ ਵਾਲੇ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕਰਕੇ ਆ ਗਈ। ਰਾਣੇ ਦੇ ਕੋਲ ਸ਼ਿਕਾਇਤ ਕਰ ਦਿੱਤੀ ਪੰਡਤਾਂ ਨੇ ਰਲ ਕੇ ਕਿ ਖੱਟਣ ਤਾਂ ਭੁੰਨ ਗਈ ਸੀ ਰਾਣੀ ਤੇ ਆਪਣਾ ਜਨਮ ਭ੍ਰਸ਼ਟ ਕਰਕੇ ਆਈ ਹੈ। ਕਾਂਸੀ ਦੇ ਰਹਿਣ ਵਾਲੇ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕੀਤਾ ਇਹਨੇ। ਸਾਰੇ ਤੀਰਥਾਂ ਉੱਤੇ ਦਾਨ ਕਰਨ ਵਾਸਤੇ ਜੋ ਪਦਾਰਥ ਨਾਲ ਖੜੇ ਸੀ, ਜੋ ਇਹਦੇ ਕੋਲੇ ਪਦਾਰਥ ਸੀ ਰਾਣੀ ਦੇ ਕੋਲ, ਉਹ ਇਕੱਲੇ ਰਵਿਦਾਸ ਨੂੰ ਹੀ ਭੇਟ ਕਰਕੇ ਆਈ ਹੈ। ਇਹ ਬਹੁਤ ਵੱਡਾ ਹਨੇਰ ਹੈ। ਰਾਣੀ ਜੀ ਨੇ ਇੱਕ ਤਾਂ ਪੁਰਾਤਨ ਬਜ਼ੁਰਗਾਂ ਦੀ ਚਲਾਈ ਮਰਿਆਦਾ ਨੂੰ ਭੰਗ ਕੀਤਾ ਹੈ ਤੇ ਦੂਸਰਾ ਉੱਚੀ ਕੁਲ ਦੀ ਰਾਜਕੁਮਾਰੀ
ਤੇ ਚਿਤੌੜ ਰਾਜ ਦੀ ਪਟਰਾਣੀ ਹੋ ਕੇ ਇੱਕ ਨੀਚ ਨੂੰ ਰਵਿਦਾਸ ਨੂੰ ਗੁਰੂ ਬਣਾਉਣਾ ਇਹ ਧਰਮ ਦੇ ਨਾਲ ਮਖੌਲ ਕਰਕੇ ਆਈ ਹੈ। ਐਸੀ ਗੱਲ ਕਦੀ ਨਹੀਂ ਹੋਈ। ਰਵਿਦਾਸ ਦੇ ਲੰਗਰ ਦੇ ਵਿੱਚੋਂ ਪ੍ਰਸਾਦਾ ਛਕ ਕੇ ਤੇ ਚਰਨਾਮਿਤ ਪੀ ਕੇ ਜਨ ਭ੍ਰਿਸ਼ਟ ਕਰ ਬੈਠੀ ਰਾਣੀ ਤੇਰੀ। ਇਸ ਬਦਲੇ ਰਾਣੀ ਨੂੰ ਪਛਤਾਵਾ ਕਰਨਾ ਚਾਹੀਦਾ ਹੈ, ਭੁੱਲ ਬਖਸ਼ਾਉਣੀ ਚਾਹੀਦੀ ਹੈ, ਤੇ ਕੁਲ ਨਾਸ ਹੋਣ ਦਾ ਡਰ ਹੈ ਤੁਹਾਡੇ। ਤੇ ਜਿਹੜੇ ਦੇਵਤੇ ਨੇ ਉਹ ਤੁਹਾਡੇ ਤੇ ਕਰੋਪ ਨੇ। ਅਸੀਂ ਕਾਂਸੀ ਦੇ ਸਾਰੇ ਵਿਦਵਾਨਾਂ ਤੇ ਗੁਰੂਆਂ ਦੇ ਵੱਲੋਂ ਭੇਜੇ ਹੋਏ ਪ੍ਰਤੀਨਿਧ ਹੋ ਕੇ ਆਏ ਹਾਂ, ਤੇ ਸਭ ਇਸ ਗੱਲ ਦਾ ਬੁਰਾ ਮਨਾ ਰਹੇ ਨੇ ਕਿ ਤੁਹਾਡੀ ਰਾਣੀ ਨੇ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕੀਤਾ। ਰਾਣੀ ਝਾਲੀ ਨੇ ਉਸ ਨੂੰ ਗੁਰੂ ਧਾਰਨ ਕਰਨ ਦੀ ਸਾਖੀ ਨਹੀਂ ਸੀ ਸੁਣਾਈ ਸੰਜੀ ਰਾਣੀ ਨੂੰ। ਇਹ ਦੱਸਿਆ ਨਹੀਂ ਸੀ ਰਾਣੀ ਝਾਲੀ ਨੇ। ਜਦੋਂ ਪੰਡਤਾਂ ਕੋਲੋਂ ਇਹ ਗੱਲ ਸੁਣ ਕੇ ਨਾ ਰਾਣਾ ਤੜਫ ਉੱਠਿਆ ਸੰਜੀ ਰਾਣਾ ਵੀ ਮੇਰੇ ਕੋਲੇ ਰਾਣੀ ਨੇ ਗੱਲ ਹੀ ਨਹੀਂ ਕੀਤੀ। ਰਵਿਦਾਸ ਨੂੰ ਇੱਕ ਨੀਚ ਨੂੰ ਗੁਰੂ ਧਾਰਨ ਕੀਤਾ ਹੈ। ਤੇ ਇਹ ਗੱਲ ਸੁਣ ਕੇ ਪੰਡਤਾਂ ਦੀ ਰਾਣਾ ਤੜਫ ਉੱਠਿਆ ਸੰਗਤ ਜੀ। ਉਸੇ ਵੇਲੇ ਦੀਵਾਨਖਾਨੇ ਵਿੱਚੋਂ ਉੱਠ ਕੇ ਨਾ ਰਾਣੀ ਦੇ ਮਹਿਲ ਨੂੰ ਚਲਿਆ ਗਿਆ ਰਾਣਾ। ਉਸੇ ਵੇਲੇ ਦੀਵਾਨਖਾਨੇ ਦੇ ਵਿੱਚ ਉੱਠ ਕੇ ਰਾਣੀ ਦੇ ਮਹਿਲ ਨੂੰ ਚਲਿਆ ਗਿਆ। ਤੇ ਅੱਗੇ ਰਾਣੀ ਝਾਲੀ ਬਾਈ ਨਾ ਸਾਧ ਸੰਗਤ ਜੀ ਕੀਰਤਨ ਦੇ ਵਿੱਚ ਮਗਨ ਸੀ, ਆਪਣੀ ਸੁਰਤ ਜੋੜੀ ਬੈਠੀ ਸੀ। ਤੇ ਉਹ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਗਾਇਨ ਕਰ ਰਹੀ ਸੀ। ਤੇ ਉਸ ਦੇ ਚਿਹਰੇ ਤੇ ਅਨੋਖਾ ਹੀ ਨੂਰ ਸੀ। ਉਸ ਵੇਲੇ ਜਦੋਂ ਰਾਣਾ ਗਿਆ, ਉਹ ਰੱਬ ਦੇ ਨਾਲ ਸੁਰਤ ਜੋੜੀ ਬੈਠੀ ਸੀ ਤੇ ਨਾਲੇ ਆਪਣੀ ਰਸਨਾ ਦੇ ਨਾਲ ਭਗਤ ਰਵਿਦਾਸ ਜੀ ਦੀ ਬਾਣੀ ਉਚਾਰਨ ਕਰੀ ਜਾ ਰਹੇ ਸੀ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤਿਹ ਠਾਓ, ਨਾ ਤਸਬੀਰ ਸਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਬਾਲ, ਅਬ ਮੂਹੀ ਖੂਬ ਬਤਨ ਰਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਹ ਰਾਣੀ ਝਾਲੀ ਬਾਈ ਸ਼ਬਦ ਉਚਾਰ ਰਹੀ ਉਸ ਸਮੇਂ। ਇਹਦਾ ਭਾਵ ਸੀ ਸ਼ਬਦਾਂ ਦਾ ਸਾਧ ਸੰਗਤ ਜੀ ਕਿ ਭਗਵਾਨ ਦੇ ਅਸਥਾਨ ਦਾ ਨਾਮ ਬੇਗਮਪੁਰਾ ਹੈ। ਬੇਗਮਪੁਰਾ ਸ਼ਹਿਰ ਕੋ ਨਾਓ। ਭਗਵਾਨ ਦੇ ਅਸਥਾਨ ਦਾ ਨਾਮ ਬੇਗਮਪੁਰਾ ਹੈ। ਭਾਵ ਕਿ ਉੱਥੇ ਨਾ ਕੋਈ ਫਿਕਰ ਹੈ, ਨਾ ਗਮ ਹੈ, ਕਸ਼ਟ ਤੇ ਨਾ ਕਿਸੇ ਨੂੰ ਮਾਮਲਾ ਦੇਣਾ ਪੈਂਦਾ ਹੈ। ਉਸ ਭਗਵਾਨ ਦੇ ਦਰ ਤੇ ਕੋਈ ਉੱਥੇ ਡਰਦਾ ਨਹੀਂ, ਨਾ ਕਿਸੇ ਨੂੰ ਕੋਈ ਪੀੜ ਹੁੰਦੀ ਹੈ। ਸੁੱਖ ਦੁੱਖ ਸ਼ਾਂਤੀ ਦਾ ਰਾਜ ਹੈ। ਹੁਣ ਮੈਨੂੰ ਚੰਗੇ ਦੇਸ਼ ਵਿੱਚ ਘਰ ਮਿਲੇ ਹੈ, ਉੱਥੇ ਸਤੇ ਖੈਰਾਂ ਨੇ, ਉਥੋਂ ਪਾਤਸ਼ਾਹੀ ਬਦਲਦੀ ਨਹੀਂ ਤੇ ਉਹ ਅਮਰ ਪਾਤਸ਼ਾਹੀ ਵੀ ਅਮਰ ਹੈ। ਪਹਿਲਾ ਦੂਜਾ ਤੇ ਤੀਜਾ ਪਾਤਸ਼ਾਹ ਨਹੀਂ ਆਉਂਦਾ। ਪਰਮਾਤਮਾ ਦੀ ਭਗਤੀ ਵਾਲੇ ਪੂੰਜੀਪਤ ਉੱਥੇ ਬਹੁਤ ਰਹਿੰਦੇ ਨੇ। ਉਸ ਸ਼ਹਿਰ ਦੇ ਵਿੱਚ ਜਿਵੇਂ ਕਿਸੇ ਨੂੰ ਭਾਵੇ ਤਿਵੇਂ ਉਹ ਤੁਰੇ ਫਿਰਦੇ ਨੇ, ਰੋਕ ਕੋਈ ਨਹੀਂ। ਜੋ ਪਰਮਾਤਮਾ ਦੇ ਭੇਤੀ ਨੇ ਉਹਨਾਂ ਦੇ ਵਾਸਤੇ ਖੁੱਲ੍ਹ ਹੈ। ਰਵਿਦਾਸ ਜੀ ਨੇ ਤਾਂ ਸਾਰਿਆਂ ਤੋਂ ਮੁਕਤੀ ਦਾ ਰਸਤਾ ਲੱਭਿਆ।
ਤੇ ਸਭ ਨੂੰ ਆਖਿਆ ਕਿ ਮੇਰੇ ਭਾਈ ਹੋ। ਤੇ ਸਾਧ ਸੰਗੀ ਰਾਣੀ ਨੇ ਸ਼ਬਦ ਪੜ੍ਹਨਾ ਜਦੋਂ ਬੰਦ ਕੀਤਾ ਨਾ, ਸ਼ਬਦ ਉਚਾਰਨ ਕੀਤਾ ਇਹ ਰਾਣੀ ਝਾਲੀ ਬਾਈ ਨੇ, ਤੇ ਰਾਣੀ ਨੇ ਸ਼ਬਦ ਪੜ੍ਹਨਾ ਬੰਦ ਕੀਤਾ, ਅਰਦਾਸ ਕੀਤੀ ਤੇ ਕੁਦਰਤੀ ਪਿੱਛੇ ਮੁੜ ਕੇ ਵੇਖਿਆ ਤਾਂ ਕੀ ਵੇਖਿਆ ਕਿ ਉਸਦੇ ਪਤੀ ਦੇਵ ਰਾਣਾ ਵੀ ਉਹਦੇ ਪਿੱਛੇ ਖੜੋਤੇ ਨੇ। ਉਹ ਉੱਠ ਬੈਠੀ, ਪਤੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਉਹਨਾਂ ਵੱਲ ਤੱਕਿਆ ਨਾ ਸਾਧ ਸੰਗਤ ਜੀ, ਤੇ ਪਤੀ ਦੇ ਚਿਹਰੇ ਤੇ ਬਦਲੇ ਰੰਗ ਤੋਂ ਸ਼ੱਕ ਪਿਆ ਵੀ ਇਹਦੀ ਕੋਈ ਸੋਚ ਹੋਰ ਚੱਲ ਰਹੀ ਹੈ ਇਹਦੇ ਅੰਦਰ। ਤੇ ਮਨ ਵਿੱਚ ਸੋਚਦੀ ਹੈ ਵੀ ਮੈਥੋਂ ਕੀ ਭੁੱਲ ਹੋ ਗਈ, ਇਹ ਮੇਰੇ ਵੱਲ ਇਦਾਂ ਕਿਉਂ ਤੱਕ ਰਹੇ ਨੇ, ਕੀ ਭੁੱਲ ਹੋਈ। ਸੁਣਿਆ ਕਿ ਤੁਸੀਂ ਜਦੋਂ ਕਾਂਸੀ ਗਏ ਸੀ ਨਾ, ਰਾਣਾ ਕਹਿਣ ਲੱਗਿਆ ਰਾਣੀ ਮੈਂ ਸੁਣਿਆ ਜਦੋਂ ਤੁਸੀਂ ਕਾਂਸੀ ਗਏ ਸੀ ਤਦੋਂ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕੀਤਾ। ਕੀ ਇਹ ਗੱਲ ਆਪ ਹੀ ਨੇ ਚੰਗੀ ਕੀਤੀ? ਇੱਕ ਸੂਦਰ ਨੂੰ, ਇੱਕ ਰਵਿਦਾਸ ਨੂੰ ਆਪ ਨੇ ਗੁਰੂ ਧਾਰਨ ਕੀਤਾ। ਰਾਣੀ ਝਾਲੀ ਬਾਈ ਤੋਂ ਰਾਣੇ ਨੇ ਪੁੱਛਿਆ ਸਾਧ ਸੰਗਤ ਜੀ, ਰਾਣੀ ਕਹਿਣ ਲੱਗੀ ਸੁਆਮੀ ਜੀ ਜੋ ਕੁਝ ਤੁਸੀਂ ਸੁਣਿਆ ਉਹ ਸਭ ਕੁਝ ਠੀਕ ਹੈ। ਮੈਂ ਭਗਤ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਭਗਤ ਰਵਿਦਾਸ ਜੀ ਇਸ ਵੇਲੇ ਪਰਮਾਤਮਾ ਦੇ ਭਗਵਾਨ ਦੇ ਵੱਡੇ ਭਗਤ ਨੇ। ਉਹਨਾਂ ਦਾ ਜਸ ਸਾਰੇ ਕਰ ਰਹੇ ਨੇ ਤੇ ਉਹਨਾਂ ਦਾ ਆਖਿਆ, ਉਹਨਾਂ ਦੀ ਹਰੇਕ ਗੱਲ ਭਗਵਾਨ ਮੰਨਦਾ ਹੈ। ਉਹਨਾਂ ਦੀ ਗੱਲ ਨੂੰ ਭਗਵਾਨ ਦੇ ਬਹੁਤ ਪਿਆਰੇ ਭਗਤ ਨੇ ਰਵਿਦਾਸ ਜੀ। ਤਾਂ ਰਾਣੀ ਝਾਲੀ ਬਾਈ ਨੇ ਨਾ ਰਾਣੇ ਨੂੰ ਧੀਰਜ ਦੇ ਨਾਲ, ਬੜੇ ਹੌਸਲੇ ਦੇ ਨਾਲ ਜਵਾਬ ਦਿੱਤਾ। ਸਾਧ ਸੰਗਤ ਜੀ ਉਹ ਨਿਰਭੈ ਸੀ, ਡਰਦੀ ਨਹੀਂ ਸੀ ਨਾ। ਉਸ ਦੀਆਂ ਅੱਖਾਂ ਅੱਗੇ ਭਗਤ ਰਵਿਦਾਸ ਜੀ ਦੀ ਤਸਵੀਰ ਸੀ। ਸਾਧ ਸੰਗਤ ਜੀ ਰਾਣਾ ਕਹਿ ਲੱਗਿਆ ਰਾਣੀ ਇਹ ਗੱਲ ਤਾਂ ਮਾੜੀ ਹੋਈ, ਐਸਾ ਹੋਣਾ ਨਹੀਂ ਸੀ ਚਾਹੀਦਾ। ਆਪਣੀ ਜੋ ਕੁਲ ਦੀ ਰੀਤੀ ਹੈ ਇਹ ਉਸ ਦੇ ਉਲਟ ਜਾ ਕੇ ਆਪ ਜੀ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ। ਇਹ ਤੁਸਾਂ ਨੇ ਚੰਗਾ ਨਹੀਂ ਕੀਤਾ, ਐਸਾ ਹੋਣਾ ਨਹੀਂ ਸੀ ਚਾਹੀਦਾ। ਰਾਣੀ ਕਹਿਣ ਲੱਗੀ ਸੁਆਮੀ ਜੀ ਇਹਦੇ ਵਿੱਚ ਮਾੜਾ ਕੀ ਹੋ ਗਿਆ? ਰਾਣਾ ਕਹਿਣ ਲੱਗਾ ਭਾਵੇਂ ਜਗਤ ਭਗਤ ਹੈ, ਭਾਵੇਂ ਰਵਿਦਾਸ ਤੁਸੀਂ ਕਹਿੰਦੇ ਵੀ ਭਗਤ ਹੈ, ਪਰਮਾਤਮਾ ਦਾ ਪਿਆਰਾ ਭਗਤ ਹੈ, ਪਰ ਹੈ ਤਾਂ ਉਹ ਸ਼ੂਦਰ, ਹੈ ਤਾਂ ਨੀਚ ਜਾਤੀ ਦੇ ਹੀ ਹੈ ਨਾ। ਤੇ ਨੀਵੀਂ ਜਾਤ ਵਿੱਚ ਤੁਸੀਂ ਰਾਜਪੂਤ ਕੁਲ ਰੀਤ ਤੋਂ ਪੁਰੋਹਿਤ ਬ੍ਰਾਹਮਣਾਂ ਨੂੰ ਗੁਰੂ ਧਾਰਨ ਕਰਨ ਦੀ ਹੈ। ਤੁਸਾਂ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ, ਰਵਿਦਾਸ ਨੂੰ ਗੁਰੂ ਨਹੀਂ ਸੀ ਧਾਰਨ ਕਰਨਾ ਚਾਹੀਦਾ। ਰਾਣੀ ਕਹਿਣ ਲੱਗੀ ਸੁਆਮੀ ਜੀ ਭਗਵਾਨ ਦੇ ਘਰ ਜਾਤ ਪਾਤ ਨਹੀਂ ਸੋਚੀ ਜਾਂਦੀ। ਭਗਵਾਨ ਦੇ ਰਚੇ ਜੀਵ ਸਾਰੇ ਇੱਕ ਸਮਾਨ ਨੇ। ਸਾਨੂੰ ਸਾਰਿਆਂ ਨੂੰ ਭਗਵਾਨ ਨੇ ਪੈਦਾ ਕੀਤਾ ਹੈ ਤੇ ਰਵਿਦਾਸ ਨੂੰ ਵੀ ਭਗਵਾਨ ਨੇ ਪੈਦਾ ਕੀਤਾ ਹੈ। ਭਗਵਾਨ ਦੇ ਘਰ ਦੇ ਵਿੱਚ ਜਾਤ ਪਾਤ ਨਹੀਂ। ਭਗਵਾਨ ਨੂੰ ਤਾਂ ਸਾਰੇ ਹੀ ਪਿਆਰੇ ਨੇ, ਚਾਹੇ ਉਹ ਕਿਸੇ ਜਾਤੀ ਦੇ ਨਾਲ ਸੰਬੰਧ ਰੱਖਦਾ ਹੋਵੇ। ਰਾਣਾ ਕਹਿਣ ਲੱਗਿਆ ਰਾਣੀ
ਤੈਨੂੰ ਇਸ ਗੱਲ ਦੀ ਮਾਫੀ ਮੰਗਣੀ ਪੈਣੀ ਹੈ, ਪ੍ਰਸਤ ਕਰਨਾ ਪਵੇਗਾ। ਆ ਸਾਰੇ ਲੋਕ, ਪੰਡਤ ਲੋਕ ਆਖਦੇ ਨੇ ਐਸਾ ਕਰਮ ਹੀ ਹੋਵੇਗਾ। ਤੇ ਰਾਣੀ ਜੀ ਪ੍ਰਜਾ ਦੇ ਵਿੱਚ ਰੌਲਾ ਹੈ ਇਸ ਸਮੇਂ, ਸਾਰੇ ਇਸ ਗੱਲ ਦਾ ਬੁਰਾ ਮਨਾ ਰਹੇ ਨੇ। ਰਾਣੀ ਕਹਿਣ ਲੱਗੀ, ਸੁਆਮੀ ਜੀ ਨਹੀਂ, ਮੈਂ ਇਸ ਗੱਲ ਦੀ ਵਿਸ਼ਵਾਸ ਦੇ ਨਾਲ ਕਹਿੰਦੀ ਹਾਂ ਵੀ ਮੈਂ ਮਾਫੀ ਨਹੀਂ ਮੰਗਦੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਸਾਰੇ ਮਨੁੱਖ ਹੀ ਭਗਵਾਨ ਦੀ ਅੰਸ਼ ਹੈ, ਸਾਰਿਆਂ ਨੂੰ ਭਗਵਾਨ ਨੇ ਪੈਦਾ ਕੀਤਾ ਹੈ। ਰਾਣਾ ਜੀ, ਇਹ ਜਿਹੜੇ ਪੰਡਤ ਤੁਹਾਡੇ ਕੋਲ ਇਕੱਠੇ ਹੋ ਕੇ ਆਏ ਨੇ ਨਾ, ਇਹ ਪੰਡਤ ਝੂਠੇ ਤੇ ਲਾਲਚੀ ਨੇ। ਸਾਰੇ ਪੰਡਤ, ਇਹਨਾਂ ਨੂੰ ਦਾਨ ਨਹੀਂ ਮਿਲਿਆ। ਤੇ ਰਵਿਦਾਸ ਵੱਡਾ ਭਗਤ ਹੈ, ਉਹ ਪ੍ਰੀਖਿਆ ਦੇ ਵਿੱਚ ਵੀ ਪਾਸ ਹੋਇਆ। ਤੇ ਨਵਾਬ ਨੇ, ਕਾਂਸੀ ਦੇ ਨਵਾਬ ਨੇ, ਉਹਦੇ ਸਾਹਮਣੇ ਇਹ ਪੰਡਤ ਝੂਠੇ ਹੋਏ ਨੇ ਤੇ ਰਵਿਦਾਸ ਸੱਚਾ ਹੋਇਆ ਉਹਨਾਂ ਦੇ ਸਾਹਮਣੇ। ਕਾਂਸੀ ਦੇ ਨਵਾਬ ਨੇ ਗੰਗਾ ਦੇ ਪਾਰ ਤੋਂ ਪੱਥਰ ਦੀਆਂ ਮੂਰਤੀਆਂ ਭਗਤ ਰਵਿਦਾਸ ਕੋਲ ਚੱਲ ਕੇ ਆਈਆਂ ਨੇ। ਤੇ ਬ੍ਰਾਹਮਣਾਂ ਦੇ ਉੱਤੇ ਭਗਵਾਨ ਖੁਸ਼ ਨਹੀਂ ਸੀ। ਰਾਣਾ ਜੀ, ਕੀ ਹੋ ਗਿਆ? ਜੇ ਭਗਤ ਰਵਿਦਾਸ ਦਾ ਜੀਵਨ ਨੀਚ ਜਾਤੀ ਦੇ ਘਰ ਵਿੱਚ ਹੋਇਆ ਜਨਮ, ਜੇ ਪਰ ਰਵਿਦਾਸ ਦਾ ਕੀ ਹੋ ਗਿਆ ਜੇ ਭਗਤ ਰਵਿਦਾਸ ਦਾ ਜਨਮ ਨੀਵੀਂ ਜਾਤੀ ਦੇ ਘਰ ਵਿੱਚ ਹੋਇਆ, ਪਰ ਉਸਨੇ ਭਗਤੀ ਕਰਕੇ ਆਪਣੇ ਆਪ ਨੂੰ ਸਵਰਨ ਬਣਾ ਲਿਆ, ਸੋਹਣਾ ਬਣਾ ਲਿਆ ਉਹਨੇ ਭਗਤੀ ਕਰਕੇ। ਰਾਣਾ ਜੀ, ਜਿਹੜਾ ਸੋਨਾ ਹੁੰਦਾ ਹੈ ਨਾ, ਸੋਨੇ ਨੂੰ ਮੈਲ ਨਹੀਂ ਲੱਗਦੀ, ਭਾਵੇਂ ਗੰਦੀਆਂ ਨਾਲੀਆਂ ਦੇ ਵਿੱਚ ਪਿਆ ਰਹੇ। ਸੋਨੇ ਦੀ ਡਲੀ ਵੱਲ ਵੇਖਣਾ ਹੈ ਤੇ ਗੰਦ ਵੱਲ ਨਹੀਂ ਤੱਕਣਾ, ਬਸ ਸੋਨਾ ਵੇਖਣਾ ਹੈ, ਗੰਦ ਦੇ ਵੱਲ ਨਹੀਂ ਵੇਖਣਾ। ਸੁਆਮੀ ਜੀ, ਪੰਡਤ ਤੁਸਾਂ ਨੂੰ ਭੁਲੇਖੇ ਦੇ ਨਾਲ ਠੱਗਣ ਆਏ ਨੇ। ਇਹ ਜਿਹੜੇ ਪੰਡਤ ਇਕੱਠੇ ਹੋ ਕੇ ਆਏ ਨੇ ਨਾ, ਇਸ ਗੱਲ ਦਾ ਭੁਲੇਖਾ ਪਾ ਕੇ ਇਹ ਤੁਹਾਨੂੰ ਠੱਗਣ ਵਾਸਤੇ ਆਏ ਨੇ। ਇਹ ਪੰਡਤ ਸਾਰੇ ਬੜੇ ਲਾਲਚੀ ਨੇ, ਲੋਭੀ ਨੇ ਇਹ ਸਾਰੇ ਪੰਡਤ। ਰਾਣੀ ਕਹਿਣ ਲੱਗੀ, ਉਹਨਾਂ ਨੂੰ ਰੁਪਈਏ ਦੇ ਦਿਓ, ਸੋਨਾ ਦਾਨ ਕਰੋ। ਕਾਂਸੀ ਦੇ ਵਿੱਚ ਭਗਵਾਨ ਪੰਡਤਾਂ ਦੇ ਕੋਲ ਨਹੀਂ, ਇਹ ਮੈਂ ਵੇਖ ਕੇ ਆਈ ਹਾਂ। ਜੇ ਭਗਵਾਨ ਹੈ ਤੇ ਉਹ ਰਵਿਦਾਸ ਭਗਤ ਦੇ ਕੋਲ ਹੈ, ਇਹਨਾਂ ਪੰਡਤਾਂ ਕੋਲੇ ਕੋਈ ਭਗਵਾਨ ਨਹੀਂ। ਉਹਨਾਂ ਮੈਨੂੰ ਸੱਚੀ ਭਗਤੀ ਦਾ ਮਾਰਗ ਦੱਸਿਆ ਤੇ ਭਗਵਾਨ ਦੇ ਭਗਤ ਰਵਿਦਾਸ ਜੀ ਬਹੁਤ ਨੇੜੇ ਨੇ। ਮੇਰਾ ਭਗਵਾਨ ਮੈਨੂੰ ਰੋਜ਼ ਦਰਸ਼ਨ ਦਿੰਦਾ ਹੈ। ਤੇ ਰਾਣਾ ਜੀ, ਮੈਂ ਭਗਤ ਰਵਿਦਾਸ ਦੀ ਨਿੰਦਿਆ ਨਹੀਂ ਸੁਣ ਸਕਦੀ। ਜਾਓ ਇਹਨਾਂ ਨੂੰ ਕਹਿ ਦਿਓ, ਲੋਕਾਂ ਨੂੰ ਆਖ ਦਿਓ, ਸ਼ਹਿਰ ਦੇ ਵਿੱਚ ਢੰਡੋਰਾ ਪਿਟਵਾ ਦਿਓ ਕਿ ਰਾਣੀ ਝਾਲੀ ਰਵਿਦਾਸ ਦੀ ਚੇਲੀ ਹੈ, ਉਸਦੇ ਆਸਰੇ ਭਗਵਾਨ ਦੇ ਦਰਸ਼ਨ ਕਰਦੀ ਹੈ। ਜਾਂ ਭਾਵੇਂ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਿਟਵਾ ਦਿਓ। ਪਿਛਲੇ ਵਾਕ ਰਾਣੀ ਝਾਲੀ ਨੇ ਨਾ ਕ੍ਰੋਧ ਦੇ ਨਾਲ ਕਹੇ ਸਾਧ ਸੰਗਤ ਜੀ ਰਾਣੇ ਨੂੰ, ਤੇ ਸਾਧ ਸੰਗਤ ਜੀ ਉਹਦਾ ਨਾ ਸਰੀਰ ਕੰਬਣ ਲੱਗ ਪਿਆ। ਅੱਖਾਂ ਵਿੱਚ ਚੰਡੀ ਵਰਗੀ ਜਵਾਲਾ ਚਮਕੀ ਸਾਧ ਸੰਗਤ ਜੀ, ਤੇ ਬਾਹਾਂ ਆਕੜ ਗਈਆਂ। ਰਾਣੀ ਦੀ ਸੱਚੀ ਭਗਤੀ ਅੱਗੇ ਰਾਣਾ ਕੁਝ ਬੋਲ ਹੀ ਨਾ ਸਕਿਆ। ਸਾਧ ਸੰਗਤ ਜੀ, ਉਹਦੀ ਸੱਚੀ ਭਗਤੀ ਦੇ ਅੱਗੇ ਉਸਨੇ ਨੀਵੀਂ ਪਾ ਲਈ ਤੇ ਉਸ ਦਾ ਜੋ ਗੁੱਸਾ ਸੀ ਨਾ, ਉਹ ਵੀ ਠੰਡਾ ਹੋ ਗਿਆ। ਸਾਧ ਸੰਗਤ ਜੀ,
दूसरा वो राणी दे नाल बहुत प्यार भी करदा सी, राणी दे नाल बहुत मुहब्बत सी राणी दी। राणी दे विरुद्ध होना उस वास्ते सौखा नहीं सी साध संगत जी राणी वास्ते। वो बड़ी सुंदर जवान ते मिठ बोलड़े सुभाअ दी सी राणी झाली बाई साध संगत जी। अपने बोलों के नाल अपने वचनों के नाल हर एक दा दिल मोह लैंदी सी। राणा अकला पिछे मुड़न लग्या ना साध संगत जी, जदों राणा अकला के पिछे मुड़न लग्या तां राणी झाली बाई ने आख्या, स्वामी जी थोड़ा जिहा समा ठहरो मेरे कोल होर, मैं भी नाल चलदी हाँ। मैं आप पंडितां नूं दसदी हाँ कि वो किहड़ा मूँह लैके भगत रविदास की विरोधता करते ने। मैं उन्हां पंडितां नूं पुछना चाहुंदी हां तुहाडे नाल जाके भी वो किहड़े मूँह दे नाल भगत रविदास की निंदिया करते ने। ते साध संगत जी उस वेले राणी झाली बाई ना राणे दे नाल तुर पई, राणे दे आखण ते भी ना रुकी। दोवें राणा और राणी साध संगत जी उस थां ते आ गए जिथे सारे कांसी दे पंडित इकट्ठे होके बैठे सी। दोवें जने उत्थे आ गए साध संगत जी। झरोखे दे विच खलो के पड़दे दे ओले राणी ने पंडितां नूं आख्या, कहन लगी, हे पंडितो की तुसां नूं इहो दुख है कि मैं सारा धन पदार्थ भगत रविदास जी के हवाले कर दिता ते तुहानूं दान नहीं दिता। तुसानूं दखना दी माया चाहिए, नवे वस्त्र चाहिए, तुहानूं माया चाहिदी है, नवे वस्त्र चाहिए ने, होर दसो तुहानूं की चाहिदा। पंडित कहन लगे, राणी जी हाँ बस सानूं यही दुख है, सानूं भी सानूं जिहड़ा तुसीं दान लैके गए सी, वो सानूं नहीं दिता, तुसीं भगत रविदास नूं दे दिता है। वो दान सानूं मिलना चाहिदा सी, वो सानूं मिल जाए बस असीं खुश हां। ते साध संगत जी राणी होर तां गुस्सा नहीं, फिर सारे पंडित कहण लगे, राणी जी सानूं होर कोई गुस्सा नहीं, जे सानूं दान मिल जाए असीं खुश हो जावांगे। पंडित नहीं होर सानूं कोई गुस्सा नहीं। पंडित कहण लगे, दान लेना साडा हक है, सो सानूं मिलना चाहिदा ते गुरु भावें किसी नूं मर्जी धारण कर लो, सानूं काहदा दुख है। पंडित कहण लगे ते साध संगत जी राणी 200 दियां मोहरां सोने दियां मोहरां इकट्ठियां कर कर कले 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 नूं देण लग पई। राणी 200 सोने दियां मोहरां कले कले नूं राणी कहंदी मिल जाणगीआं, पर सचो सच ये दसो कि रविदास की गोद विच देवते आए सन। राणी कहन लगी भी तुहानूं सारे पंडितां नूं 200 सोने दियां मोहरां देवांगी मैं सारिआं नूं, पर एक सच्ची गल तां दस दिओ ना, ये गल कि जदों तुहाडी परख होई, भगत रविदास की परख होई ते रविदास की गोदी दे कोल देवते आए सी, कि ये सच है? जदों नवाब ने प्रीख्या कीती सी ते तुसां ने विरोधता सी। पंडित कहन लगे, हाँ राणी जी ठीक है, ये सारियां गल्लां सच्चियां ने। भगत रविदास दे कोल गंगा दे पारले किनारे तो देवते चल के आए सी। राणी कहन लगी, फिर वो बड़ा भगत है, किसी दे नाल ईरखा नहीं करता, जाओ दान मिल जाता है,
मेरा राणा जिन्नी मेरी गल सुन सकदा है उन्नी तुसां दी नहीं सुनदा। ये मेरा पति है ना, स्वामी है, हंकार नहीं करदी, गल सच्ची है। मेरा कहा मेरा राणा नहीं मोड़दा, मेरा पति है वो, ये गल सच्ची है। ते भगतां दा राखा परमेश्वर है, वो अपने भगतां दी लाज रखदा है। वो परमेश्वर अपने भगतां दी लाज रखदा है, हर थां लाज रखदा है। ते इत्थे अज आपां समाप्ति कर देंगे।